सत श्री अकाल दोस्तों, मैं थोड़ा होस्ट ਤੇ ਦੋਸਤ ਦਲਜੀਤ ਅਜਨੋਹਾ। ਅੱਜ ਅਸੀਂ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਜੀ ਦੇ ਕੋਲ ਆਏ ਹਾਂ ਕਿਉਂਕਿ ਕਰੋਨਾ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਪ੍ਰਕੋਪ ਜਿਹੜਾ ਫੈਲਿਆ ਹੋਇਆ, ਕਰੋਨਾ ਇਸ ਵੇਲੇ ਕਾਫੀ ਜ਼ੋਰਾਂ ਤੇ ਆ ਤੇ ਸਰਕਾਰ ਵੱਲੋਂ ਜਿਹੜੀ ਮੌਜੂਦਾ ਪੰਜਾਬ ਦੀ ਸਰਕਾਰ ਆ ਕਿਆ ਜਿਹੜੀਆਂ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ, ਲੋਕਾਂ ਨੂੰ ਜਾਗਰੂਕ ਕਰਨ ਲਈ ਕਿਹੜੇ ਉਪਰਾਲੇ ਕੀਤੇ ਜਾਂਦੇ ਸਰਕਾਰ ਵੱਲੋਂ। ਇਸੇ ਸੰਬੰਧ ਦੇ ਵਿੱਚ ਆਪ ਕੈਬਨਿਟ ਮੰਤਰੀ ਸਾਹਿਬ ਨਾਲ ਗੱਲ ਕਰਾਂਗੇ ਵੀ ਉਹਨਾਂ ਦੀ ਸਰਕਾਰ ਵੱਲੋਂ ਕਿਹੜੇ ਉਪਰਾਲੇ ਆ, ਕਿਹੜੀਆਂ ਸਹੂਲਤਾਂ ਆ ਜਾਂ ਆਉਣ ਵਾਲੇ ਸਮੇਂ 'ਚ ਕਿਹੜੀ ਆ ਤਾਂ ਕਿ ਲੋਕ ਕਰੋਨਾ ਤੋਂ ਬਚ ਸਕਣ, ਕਰੋਨਾ ਤੋਂ ਜਾਗਰੂਕ ਹੋ ਸਕਣ। ਅਰੋੜਾ ਸਰ, ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਤੇ ਜੀ। ਅਰੋੜਾ ਸਰ, ਅਸੀਂ ਦੇਖਦੇ ਹਾਂ ਇਸ ਵੇਲੇ ਤੁਹਾਡੇ ਆਫਿਸ ਦੇ ਵਿੱਚ ਬਹੁਤ ਪ੍ਰੀਕਾਸ਼ਨ ਆ, ਬਹੁਤ ਜ਼ਿਆਦਾ ਹਰ ਤਰ੍ਹਾਂ ਦਾ ਜਿਹੜਾ ਕਰੋਨਾ ਤੋਂ ਬਚਾਅ ਲਈ ਵੀ ਤੁਸੀਂ ਮਿਲਦੇ ਹੋ, ਸਾਰਾ ਉਹਨੂੰ ਪ੍ਰੋਪਰ ਅਡਾਪਟ ਕੀਤਾ ਆ। ਅਸੀਂ ਇਸੇ ਕਰੋਨਾ ਨੂੰ ਲੈ ਕੇ ਕਾਂਗਰਸ ਸਰਕਾਰ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਇਹ ਤੁਸੀਂ ਕੈਬਨਿਟ ਮੰਤਰੀ ਹੋ, ਕਿਹੜੇ ਜਿਹੜੇ ਆ ਉਪਰਾਲੇ ਜਾਂ ਯਤਨ ਕੀਤੇ ਜਾ ਰਹੇ ਆ, ਕਿਹੜੀਆਂ ਸਾਵਧਾਨੀਆਂ ਜਿਹੜੀਆਂ ਤੁਸੀਂ ਲੋਕਾਂ ਨੂੰ ਬਚਣ ਲਈ ਜਾਗਰੂਕ ਕਰ ਰਹੇ ਹੋ? ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਔਰ ਜਿੱਥੇ ਤੱਕ ਤੁਸੀਂ ਕਰੋਨਾ ਦੀ ਗੱਲ ਕੀਤੀ ਹੈ, ਪੰਜਾਬ ਸਰਕਾਰ ਨੇ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਤੇ ਸਾਡੀ ਹੈਲਥ ਡਿਪਾਰਟਮੈਂਟ ਨੇ ਮਾਨਯੋਗ ਸਾਡੇ ਮੇਰੇ ਸਾਥੀ ਵਜ਼ੀਰ ਬਲਵੀਰ ਸਿੱਧੂ ਜੀ, ਸਾਡੇ ਜਿਹੜੇ ਹੈਲਥ ਮਿਨਿਸਟਰ ਨੇ ਔਰ ਸਾਡੀ ਪੂਰੀ ਜਿੰਨੀ ਵੀ ਟੀਮ ਹੈ ਹੈਲਥ ਡਿਪਾਰਟਮੈਂਟ ਦੀ, ਉਹਨਾਂ ਨੇ ਬਹੁਤ ਤਿਆਰੀ ਕੀਤੀ ਹੈ। ਔਰ ਜਿੱਥੇ ਤੱਕ ਅਗਰ ਅਸੀਂ ਇਸ ਇਲਾਕੇ ਦੀ ਗੱਲ ਕਰੀਏ, ਦੁਆਬੇ ਦੀ ਗੱਲ ਕਰੀਏ, ਹੁਸ਼ਿਆਰਪੁਰ ਦੀ ਗੱਲ ਕਰੀਏ, ਜਿੱਥੇ ਕਿ ਇਸ ਵਾਰ ਜਿਹੜਾ ਹੈ ਜ਼ਿਆਦਾ ਹੈ ਕਰੋਨਾ ਦੇਖਣ ਨੂੰ ਜ਼ਿਆਦਾ ਮਿਲ ਰਿਹਾ ਹੈ, ਉਹਦੇ ਲਈ ਜਿੱਥੇ ਤੱਕ ਇੰਤਜ਼ਾਮ ਨੇ ਅਸੀਂ ਪ੍ਰੋਪਰ ਇਹਦੇ ਕੀਤੇ ਨੇ। ਅਸੀਂ ਪ੍ਰੋਪਰ ਬੈੱਡਾਂ ਦਾ ਸਿਵਲ ਹਸਪਤਾਲ 'ਚ ਇੰਤਜ਼ਾਮ ਕੀਤਾ ਹੈ, ਲੈਵਲ 2 ਲੈਵਲ 3 ਤੱਕ ਵੀ ਇੰਤਜ਼ਾਮ ਕੀਤਾ ਹੈ। ਲੇਕਿਨ ਸਾਰਿਆਂ ਤੋਂ ਬੜੀ ਮੈਂ ਕਹਾਂਗਾ ਪ੍ਰੀਕਾਸ਼ਨ ਹੈ ਕਿ ਅਗਰ ਸਾਨੂੰ ਇਹ ਕਰੋਨਾ ਤੋਂ ਬਚਣਾ ਹੈ ਤੇ ਸਾਨੂੰ ਜਿਹੜਾ ਰਸ਼ ਹੈ ਇਹਦੇ 'ਚ ਨਹੀਂ ਬਹੁਤਾ ਜਾਣਾ ਚਾਹੀਦਾ। ਜੋ ਹੈਲਥ ਡਿਪਾਰਟਮੈਂਟ ਦੀਆਂ ਗਾਈਡਲਾਈਨ ਨੇ ਉਹ ਸਾਨੂੰ ਫਾਲੋ ਕਰਨੀਆਂ ਚਾਹੀਦੀਆਂ ਔਰ ਦੂਰੀ ਬਣਾ ਕੇ ਜਿਹੜੀ ਜੋ ਵੀ ਇਹਦੀ ਕੋਵਿਡ-19 ਦੀ ਗਾਈਡਲਾਈਨ ਹੈ ਉਹਦੇ ਨਾਲ ਚੱਲਣਾ ਚਾਹੀਦਾ। ਔਰ ਮੈਂ ਇਹ ਕਹਾਂਗਾ ਕਿ ਬਾਰ-ਬਾਰ ਹੱਥ ਧੋਣੇ, ਮਾਸਕ ਦਾ ਪਹਿਨ ਕੇ ਰੱਖਣਾ ਇਹ ਬੜਾ ਜ਼ਰੂਰੀ ਹੈ। ਔਰ ਦੂਸਰੀ ਗੱਲ ਹੈ ਕਿ ਜਿੰਨਾ ਵੀ ਪ੍ਰੀਕਾਸ਼ਨ ਇਹਦੇ ਤੋਂ ਅਸੀਂ ਕਰ ਲਾਂਗੇ ਉਨਾ ਇਹਦੇ ਤੋਂ ਬਚਿਆ ਜਾ ਸਕਦਾ ਹੈ। ਜਿੱਥੇ ਤੱਕ ਤੁਸੀਂ ਤਿਆਰੀ ਦੀ ਗੱਲ ਕੀਤੀ ਹੈ, ਅਸੀਂ ਪੂਰੇ ਤਿਆਰ ਹੈ, ਸਾਡੇ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ। ਹੁਸ਼ਿਆਰਪੁਰ ਦੇ ਅੰਦਰ, ਪੂਰੇ ਪੰਜਾਬ ਦੇ ਅੰਦਰ ਜੇ ਅਸੀਂ ਗੱਲ ਕਰੀਏ, ਹਰ ਜਗ੍ਹਾ ਸਾਡੇ ਕੋਲ ਲੈਵਲ 2 ਤੱਕ ਜਿਹੜੇ ਨੇ, ਸਾਡੇ ਕੋਲ ਡਿਸਟ੍ਰਿਕਟ ਲੈਵਲ ਤੱਕ, ਥੋੜੇ ਅਸੀਂ ਬੈੱਡ ਲੈਵਲ 3 ਦੇ ਵੀ ਡਿਸਟ੍ਰਿਕਟ ਲੈਵਲ ਤੇ ਲਗਾਏ ਨੇ। ਬਾਕੀ ਜਿੰਨੇ ਵੀ ਜਿਹੜੇ ਸਾਡੇ ਕੋਲ ਪੇਸ਼ੈਂਟ ਜ਼ਿਆਦਾ ਸੀਰੀਅਸ ਹੁੰਦੇ ਨੇ ਉਹਨਾਂ ਨੂੰ ਅਸੀਂ ਅੰਮ੍ਰਿਤਸਰ ਮੈਡੀਕਲ ਕਾਲਜ ਜਾਂ ਪਟਿਆਲਾ ਜਿੱਥੇ ਅਸੀਂ ਰੈਫਰ ਕਰਦੇ ਹਾਂ ਤੇ ਉੱਥੇ ਉਹਨਾਂ ਦਾ ਇਲਾਜ ਹੁੰਦਾ ਹੈ। ਪ੍ਰੋਪਰ ਸਾਡੇ ਕੋਲ ਇੰਤਜ਼ਾਮ ਨੇ ਸਰਕਾਰ ਦੇ ਕੋਲ ਔਰ ਪੂਰੀ ਸਾਡੀ ਤਿਆਰੀ ਹੈ। ਲੇਕਿਨ ਮੈਂ ਬਾਰ-ਬਾਰ ਤੁਹਾਡੇ ਰਾਹੀਂ ਇਹੀ ਬੇਨਤੀ ਕਰਨੀ ਚਾਹੁੰਦਾ ਲੋਕਾਂ ਨੂੰ ਕਿ ਇਸ ਚੀਜ਼ ਤੋਂ ਬਚਾਅ ਦੇ ਲਈ ਸਭ ਤੋਂ ਵੱਡਾ ਇਲਾਜ ਜਿਹੜਾ ਪ੍ਰੀਕਾਸ਼ਨ ਹੈ ਕਿ ਅਸੀਂ ਆਪਣੇ ਆਪ ਨੂੰ ਇਸ ਚੀਜ਼ ਤੋਂ ਬਚਾ ਕੇ ਰੱਖੀਏ। ਆਪਣੇ ਬਜ਼ੁਰਗਾਂ ਨੂੰ, ਉਹਨਾਂ ਖਾਸ ਕਰਕੇ ਜਿੱਥੇ ਜ਼ਿਆਦਾ ਭੀੜ ਵਾਲੇ ਏਰੀਏ ਨੇ ਜਾਂ ਜਿਹੜੀ ਜੋ ਗਾਈਡਲਾਈਨ ਨੇ ਕਿ ਇੰਨੇ ਬੰਦਿਆਂ ਤੋਂ ਵੱਧ ਨਹੀਂ ਹੋਣੇ ਚਾਹੀਦੇ, ਰਸਤੇ ਵਿੱਚ ਨਹੀਂ ਜਾਣਾ ਚਾਹੀਦਾ, ਉਹਨਾਂ ਚੀਜ਼ਾਂ ਤੋਂ ਬਚਾਅ ਰੱਖਣਾ ਚਾਹੀਦਾ। ਸੈਕਿੰਡ, ਅਗਰ ਕੋਈ ਵੀ ਚੀਜ਼ ਦੀ ਥੋੜੀ ਜਿਹੀ ਵੀ ਸ਼ੱਕ ਪੈਂਦੀ ਹੈ ਕਿ ਤਬੀਅਤ ਖਰਾਬ ਹੈ ਤਾਂ ਤੁਰੰਤ ਸਾਨੂੰ ਇਹਦਾ ਟੈਸਟ ਕਰਵਾਉਣਾ ਚਾਹੀਦਾ ਤੇ ਆਪਣੇ ਆਪ ਨੂੰ ਅਗਰ ਜੋ ਗਾਈਡਲਾਈਨ ਨੇ ਆਪਣੇ ਘਰ ਦੇ ਵਿੱਚ, ਜੇ ਅਗਰ ਤੁਹਾਨੂੰ ਲੱਗਦਾ ਹੈ ਕਿ ਤਬੀਅਤ ਜਿਹੜੀ ਹੈ ਠੀਕ ਜ਼ਿਆਦਾ ਨਹੀਂ ਹੈ, ਸਾਡਾ ਜਿਹੜਾ ਆਕਸੀਜਨ ਲੈਵਲ ਹੈ ਉਹ ਘਟ ਰਿਹਾ ਹੈ ਜਾਂ ਸਾਨੂੰ ਕਈ ਹੋਰ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਨੇ, ਤਾਂ ਸਾਨੂੰ ਤੁਰੰਤ ਨੇੜੇ ਦੇ ਜਿਹੜੇ ਹਸਪਤਾਲ ਨੇ, ਸਿਵਲ ਹਸਪਤਾਲ ਨੇ, ਉਹਨਾਂ ਵਿੱਚ ਜਾ ਕੇ ਆਪਣਾ ਚੈੱਕਅਪ ਕਰਾਉਣਾ ਚਾਹੀਦਾ ਹੈ ਤੇ ਦਾਖਲ ਹੋਣਾ ਚਾਹੀਦਾ ਹੈ। ਬਹੁਤ ਬਹੁਤ ਧੰਨਵਾਦ ਅਰੋੜਾ ਸਾਹਿਬ, ਤੁਸੀਂ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਕਰੋਨਾ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਦੇ ਜਿਹੜੀਆਂ ਸਾਵਧਾਨੀਆਂ ਜਾਂ ਹੋਰ ਕਿਸੇ ਤਰ੍ਹਾਂ ਦੇ ਪ੍ਰੀਕਾਸ਼ਨ ਰੱਖਣ ਬਾਰੇ ਵਿਸਤਾਰ ਸਾਹਿਬ ਦੱਸਿਆ। ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਜਿਹੜਾ ਤੁਹਾਡੇ ਵੱਲੋਂ ਦਿੱਤੀ ਗਈ ਜਿਹੜੀ ਸਲਾਹ ਹੈ ਜਾਂ ਤੁਹਾਡੇ ਵੱਲੋਂ ਸਰਕਾਰ ਵੱਲੋਂ ਦਿੱਤੇ ਗਏ ਜਿਹੜੀਆਂ ਪ੍ਰੀਕਾਸ਼ਨ ਜਾਂ ਉਹ ਆਪਾਂ ਲੋਕਾਂ ਤੱਕ, ਆਪਣੇ ਆਵਾਮ ਤੱਕ ਪਹੁੰਚਾ ਸਕੀਏ। ਸਰ, ਕੋਵਿਡ-19 ਦਾ ਪ੍ਰਕੋਪ ਇਸ ਵੇਲੇ ਪੂਰੇ ਜ਼ੋਰਾਂ 'ਤੇ ਹੈ ਤੇ ਤੁਸੀਂ ਐਜ਼ ਏ ਸਿਵਲ ਸਰਜਨ ਹੁਸ਼ਿਆਰਪੁਰ ਵਿੱਚ ਤਾਇਨਾਤ ਤੇ ਡਿਪਾਰਟਮੈਂਟ ਵੱਲੋਂ, ਹੈਲਥ ਡਿਪਾਰਟਮੈਂਟ ਵੱਲੋਂ ਕੀ ਉਪਰਾਲੇ ਕੀਤੇ ਜਾ ਰਹੇ ਲੋਕਾਂ ਨੂੰ ਸਮਝਾਉਣ ਲਈ, ਲੋਕਾਂ ਨੂੰ ਜਾਗਰੂਕ ਕਰਨ ਲਈ, ਜਾਂ ਕਿਹੜਾ ਟ੍ਰੀਟਮੈਂਟ ਦਿੱਤਾ ਜਾ ਰਿਹਾ? ਹੁਸ਼ਿਆਰਪੁਰ ਇਨ ਪਾਰਟੀਕੂਲਰ और पंजाब इन जनरल
ਫੈਬਰਵਰੀ ਦੇ ਦੂਜੇ ਪੰਦਰਵਾੜੇ ਵਿੱਚ ਇੱਕਦਮ ਕੇਸਾਂ ਦਾ ਵਧਣਾ ਸ਼ੁਰੂ ਹੋ ਗਿਆ ਔਰ ਖਾਸ ਕਰਕੇ 7 ਸਟੇਟਸ ਦੇ ਵਿੱਚ ਸਾਡੇ ਦੇਸ਼ ਵਿੱਚ ਪ੍ਰਕੋਪ ਜ਼ਿਆਦਾ ਦੇਖਿਆ ਗਿਆ, ਜਿਨ੍ਹਾਂ ਚੋਂ ਹੁਸ਼ਿਆਰਪੁਰ ਇੱਕ ਸੀ। ਔਰ ਹੁਸ਼ਿਆਰਪੁਰ ਦੇ ਵਿੱਚ ਸਾਡੇ ਗੜ੍ਹਸ਼ੰਕਰ ਸਬ ਡਿਵੀਜ਼ਨ ਦੇ ਵਿੱਚ ਖਾਸ ਕਰ ਗੜ੍ਹਸ਼ੰਕਰ, ਪੋਸੀ, ਪਾਲਦੀ, ਹਾਟਾ ਬਟਲਾ ਔਰ ਇੱਧਰ ਨਾਲ ਲੱਗਦਾ ਚੱਕੋਵਾਲ, ਮਾਲਪੁਰ ਏਰੀਆ, ਇਹਦੇ ਵਿੱਚ ਬਹੁਤ ਜ਼ਿਆਦਾ ਕੇਸ ਦੇਖਣ ਨੂੰ ਮਿਲੇ। ਔਰ ਜਦੋਂ ਅਸੀਂ ਇਹ ਦੇਖਿਆ ਕਿ ਕੇਸ ਇੱਕਦਮ ਵੱਧ ਰਹੇ ਹਨ, ਮੌਤਾਂ ਵੀ ਜ਼ਿਆਦਾ ਹੋਣ ਲੱਗ ਪਈਆਂ ਹਨ, ਤਾਂ ਅਸੀਂ ਆਪਣੀ ਜਿਹੜੀ ਕਪੈਸਿਟੀ ਹੈ ਸੈਂਪਲਿੰਗ ਦੀ, ਇਹਨੂੰ ਰੈਂਪ ਅਪ ਕੀਤਾ ਔਰ ਕਰੀਬ ਅਸੀਂ 1700 ਦੇ ਟਾਰਗੇਟ ਨੂੰ ਵਧਾ ਕੇ ਲਗਭਗ 3000 ਦਾ ਟਾਰਗੇਟ ਕਰ ਦਿੱਤਾ, ਤਾਂ ਕਿ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਪੋਜ਼ੀਟਿਵ ਕੇਸਿਸ ਨੇ ਉਹਨਾਂ ਨੂੰ ਪਤਾ ਲੱਗ ਸਕੇ ਅਤੇ ਉਹਨਾਂ ਨੂੰ ਅਸੀਂ ਹੋਮ ਆਈਸੋਲੇਸ਼ਨ ਜਾਂ ਜੇ ਜ਼ਰੂਰਤ ਪਵੇ ਤਾਂ ਲੈਵਲ 2 ਫੈਸਿਲਿਟੀ ਜਿਹੜੀ ਅਸੀਂ ਹੁਸ਼ਿਆਰਪੁਰ ਦੇ ਵਿੱਚ ਸਿਵਲ ਹਸਪਤਾਲ ਹੁਸ਼ਿਆਰਪੁਰ, ਸਬ ਡਿਵੀਜ਼ਨ ਹਸਪਤਾਲ ਦਸੂਹਾ ਔਰ CSC ਹਾਟਾ ਬਟਲਾ ਵਿੱਚ ਸ਼ੁਰੂ ਕੀਤੀ ਹੈ, ਉਹਨਾਂ ਨੂੰ ਅਸੀਂ ਉੱਥੇ ਟ੍ਰੀਟਮੈਂਟ ਦੇ ਸਕੀਏ। ਔਰ ਜਿਹੜੇ ਮਰੀਜ਼ ਸਾਡੇ ਏਸਿਮਟੋਮੈਟਿਕ ਹਨ ਜਾਂ ਮਾਮੂਲੀ ਬੁਖਾਰ ਤੋਂ ਪੀੜਤ ਹਨ, ਉਹਨਾਂ ਨੂੰ ਅਸੀਂ ਉਹਨਾਂ ਦੇ ਘਰਾਂ ਦੇ ਵਿੱਚ ਰੱਖ ਕੇ ਹੀ ਇੱਕ ਮਿਸ਼ਨ ਫਤਿਹ ਕਿੱਟ ਪੰਜਾਬ ਸਰਕਾਰ ਵੱਲੋਂ ਪ੍ਰੋਵਾਈਡ ਕੀਤੀ ਜਾਂਦੀ ਹੈ, ਜਿਹਦੇ ਵਿੱਚ ਉਹ ਲਗਭਗ ਸਾਰੀਆਂ ਦਵਾਈਆਂ, ਪਲਸ ਆਕਸੀਮੀਟਰ, ਥਰਮਾਮੀਟਰ ਔਰ ਸਟੀਮਰ, ਇਹ ਸਾਰਾ ਕੁਝ ਹੁੰਦਾ ਹੈ, ਜਿਨ੍ਹਾਂ ਦੀ ਇੱਕ ਕਰੋਨਾ ਪੋਜ਼ੀਟਿਵ ਮਰੀਜ਼ ਨੂੰ ਆਪਣੀ ਇਮਿਊਨਿਟੀ ਵਧਾਉਣ ਵਾਸਤੇ ਜਾਂ ਜੇ ਮਾਮੂਲੀ ਬੁਖਾਰ ਹੋਵੇ ਤਾਂ ਉਹਦੀ ਵਾਸਤੇ ਉਸ ਦੀ ਜ਼ਰੂਰਤ ਹੁੰਦੀ ਹੈ, ਉਹ ਅਸੀਂ ਪ੍ਰੋਵਾਈਡ ਕੀਤੀਆਂ। ਔਰ ਜਿਹੜੀ ਅਸੀਂ ਲੈਵਲ 2 ਫੈਸਿਲਿਟੀ ਆਪਣੀ ਸਟਰੈਂਥਨ ਕੀਤੀ ਔਰ ਇਹਦੇ ਨਾਲ ਹੀ ਅਸੀਂ ਮਿਡ ਫਰਵਰੀ ਤੋਂ ਹੀ ਆਪਣੀ ਜਿਹੜੀ ਹੈ ਵੈਕਸੀਨੇਸ਼ਨ ਹੈ ਉਹ ਅਸੀਂ ਸ਼ੁਰੂ ਕਰ ਦਿੱਤੀ ਹੈ। ਔਰ ਸਾਡੇ ਜ਼ਿਲ੍ਹੇ ਦੇ ਵਿੱਚ ਕਰੀਬ ਅਸੀਂ 80,000 ਲੋਕਾਂ ਨੂੰ ਹੁਣ ਤੱਕ ਵੈਕਸੀਨੇਟ ਕਰ ਚੁੱਕੇ ਹਾਂ। ਦੋਨਾਂ ਤਰ੍ਹਾਂ ਦੀ ਵੈਕਸੀਨ, ਕੋਵਿਸ਼ੀਲਡ ਵੈਕਸੀਨ ਔਰ ਕੋਵੈਕਸੀਨ ਸਾਡੇ ਕੋਲ ਉਪਲਬਧ ਹੈ। ਅਸੀਂ ਆਪਣੇ ਲਗਭਗ ਸਾਰੇ ਹੀ ਸਰਕਾਰੀ ਸੈਂਟਰਸ, ਜਿਹੜੇ ਸਬਸਿਡਰੀ ਹੈਲਥ ਸੈਂਟਰ ਜਿਨ੍ਹਾਂ ਨੂੰ ਅਸੀਂ ਹੈਲਥ ਐਂਡ ਵੈਲਨੈਸ ਸੈਂਟਰ ਕਹਿੰਦੇ ਹਾਂ, ਜਿਹਦੇ ਵਿੱਚ ਕਮਿਊਨਿਟੀ ਹੈਲਥ ਆਫਿਸਰਸ ਸਰਕਾਰ ਨੇ ਡਿਪਿਊਟ ਕੀਤੇ ਹਨ। ਆਫ ਲੇਟ ਕਾਫੀ ਜ਼ਿਆਦਾ ਭਰਤੀ ਪੰਜਾਬ ਸਰਕਾਰ ਨੇ ਕੀਤੀ ਹੈ, ਉਹਦੇ ਵਿੱਚ ਸਾਨੂੰ ਕੁਆਲੀਫਾਈਡ ਬੱਚੇ ਜਿਹੜੇ BSc ਨਰਸਿੰਗ, BAMS ਡਾਕਟਰਸ, ASCHO ਮਿਲੇ ਹਨ। ਸੋ ਅਸੀਂ ਉਹਨਾਂ ਦੀ ਮਦਦ ਨਾਲ ਹੈਲਥ ਐਂਡ ਵੈਲਨੈਸ ਸੈਂਟਰਸ, ਆਲ ਦਾ PSC, CSC, ਸਬ ਡਿਵੀਜ਼ਨ ਹਸਪੀਟਲ ਔਰ ਡਿਸਟ੍ਰਿਕਟ ਹਸਪੀਟਲ ਦੇ ਵਿੱਚ, ਔਰ ਕੋਈ ਸਾਡੇ ਸਬਸਿਡਰੀ ਹਸਪੀਟਲਸ ਹਨ, ਜਿੱਦਾਂ 2 ਅਰਬਨ PSCs ਸ਼ਹਿਰ ਦੇ ਵਿੱਚ ਹਨ ਔਰ ਪੁਰ ਹੀਰਾ ਔਰ ਇਸਲਾਮਾਬਾਦ, ਔਰ ਇੱਕ ਸਾਡੇ ਪੁਲਿਸ ਲਾਈਨ ਦੇ ਵਿੱਚ ਹਸਪੀਟਲ ਹੈ, ਪੁਲਿਸ ਲਾਈਨ ਹਸਪੀਟਲ। ਇਹਨਾਂ ਦੇ ਵਿੱਚ ਅਸੀਂ ਰੋਜ਼ਾਨਾ ਆਪਣੇ ਜਿਹੜੇ ਵੈਕਸੀਨੇਸ਼ਨ ਸੈਸ਼ਨ ਲਗਾ ਰਹੇ ਹਾਂ, ਜਿਹਦੇ ਵਿੱਚ ਅਸੀਂ ਹੈਲਥ ਕੇਅਰ ਵਰਕਰਸ, ਫਰੰਟ ਲਾਈਨ ਵਰਕਰਸ ਔਰ ਵੱਖ-ਵੱਖ ਡਿਪਾਰਟਮੈਂਟਸ ਜਿਨ੍ਹਾਂ ਨੂੰ ਅਸੀਂ ਅੰਡਰ ਫਰੰਟ ਲਾਈਨ ਵਰਕਰ ਰਿਕਰੂਟ ਕੀਤਾ ਹੈ, ਜਿਵੇਂ ਪੰਚਾਇਤੀ ਰਾਜ ਇੰਸਟੀਟਿਊਸ਼ਨਸ, ਸਾਡੇ ਪੁਲਿਸ ਮੁਲਾਜ਼ਮ ਵੀਰ ਔਰ ਸਾਡੇ ਰੈਵਨਿਊ ਡਿਪਾਰਟਮੈਂਟਸ ਦੇ ਮੁਲਾਜ਼ਮ, ਟਰਾਂਸਪੋਰਟਰਸ ਐਂਡ ਦੀਆਂ ਡਰਾਈਵਰਸ, ਕੰਡਕਟਰਸ ਔਰ ਜੁਡੀਸ਼ਰੀ, ਇਹ ਸਾਰੇ ਜਿਹੜੇ ਸਾਡੇ ਮਹਿਕਮੇ, ਉਹ ਸਾਰੇ ਮਹਿਕਮੇ ਤੁਸੀਂ ਕਹਿ ਸਕਦੇ ਹੋ, ਜਾਂ ਉਹ ਸਾਰੇ ਲੋਕ ਜਿਨ੍ਹਾਂ ਦਾ ਸੋਸ਼ਲ ਤਾਣੇ ਬਾਣੇ ਦੇ ਵਿੱਚ ਇੰਪੋਰਟੈਂਟ ਰੋਲ ਹੈ, ਜਿਨ੍ਹਾਂ ਨੂੰ ਡੇਲੀ ਮਿਲਣ ਵਾਲਿਆਂ ਦੀ ਗਿਣਤੀ ਇੱਕ ਤੋਂ ਜ਼ਿਆਦਾ ਹੁੰਦੀ ਹੈ। ਸੋ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਐਸ ਫਰੰਟ ਲਾਈਨ ਵਰਕਰ ਐਨਰੋਲ ਕਰਕੇ ਔਰ 1 ਅਪ੍ਰੈਲ ਤੋਂ 45 ਸਾਲ ਤੋਂ ਉੱਪਰ ਦੀ ਉਮਰ ਦੇ ਸਾਰੇ ਲੋਕ, ਚਾਹੇ ਉਹ ਤੰਦਰੁਸਤ ਹਨ, ਚਾਹੇ ਉਹ ਕਿਸੇ ਬਿਮਾਰੀ ਤੋਂ ਪੀੜਤ ਹਨ, ਉਹਨਾਂ ਸਾਰਿਆਂ ਨੂੰ ਵੈਕਸੀਨੇਸ਼ਨ ਜਿਹੜੀ ਹੈ ਉਹ ਲਗਾ ਰਹੇ ਹਾਂ। ਸੋ ਮੇਰੀ ਸਮੂਹ ਹੁਸ਼ਿਆਰਪੁਰ ਵਾਸੀਆਂ ਨੂੰ ਬੇਨਤੀ ਹੈ ਕਿ ਕਰੋਨਾ ਦੀ ਮਹਾਂਮਾਰੀ ਦੇ ਚਲਦਿਆਂ ਕਰੋਨਾ ਐਪਰੋਪ੍ਰੀਏਟ ਬਿਹੇਵੀਅਰ ਨੂੰ ਅਬਜ਼ਰਵ ਕਰੀਏ। ਜਦੋਂ ਵੀ ਘਰੋਂ ਬਾਹਰ ਨਿਕਲਦੇ ਹਾਂ ਤਾਂ ਮਾਸਕ ਪਹਿਨ ਕੇ ਨਿਕਲੀਏ। ਕਿਸੇ ਵੀ ਭੀੜ ਭੜੱਕੇ ਵਾਲੀ ਥਾਂ 'ਤੇ ਜਾਣ ਤੋਂ ਗੁਰੇਜ਼ ਕਰੀਏ। ਵਿਆਹਾਂ, ਸ਼ਾਦੀਆਂ, ਕਰਮੇਸ਼ਨਸ, ਕੋਈ ਖੁਸ਼ੀ ਦੇ ਹੋਰ ਮੌਕੇ ਜਾਂ ਗਮੀ ਦੇ ਮੌਕੇ, ਇਹਨਾਂ 'ਤੇ ਬਹੁਤ ਜ਼ਿਆਦਾ ਲੋਕਾਂ ਨੂੰ ਦਾ ਇਕੱਠ ਕਰਨਾ ਜਿਹੜਾ ਹੈ ਉਹ ਨਾ ਕਰਨਾ ਯਕੀਨੀ ਬਣਾਈਏ। ਔਰ ਬਾਰ-ਬਾਰ ਆਪਣੇ ਹੱਥ ਜਿਹੜੇ ਨੇ ਸਾਬਣ ਪਾਣੀ ਨਾਲ ਧੋਈਏ। ਸੋਸ਼ਲ ਡਿਸਟੈਂਸਿੰਗ ਕਰੀਬ 6 ਫੁੱਟ ਇੱਕ ਦੂਜੇ ਤੋਂ ਜਾਂ 2 ਗਜ਼ ਕਹਿ ਲਓ ਮੇਨਟੇਨ ਕਰੀਏ। ਆਪਣੇ ਕੋਲ ਅਲਕੋਹਲ ਬੇਸਡ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕਰੀਏ। ਔਰ ਵੈਕਸੀਨੇਸ਼ਨ ਦੇ ਜਿਹੜੇ ਵੀ ਲਾਭਪਾਤਰੀ ਯੋਗ ਹਨ ਉਹ ਕਿਰਪਾ ਕਰਕੇ ਵੈਕਸੀਨੇਸ਼ਨ ਜ਼ਰੂਰ ਕਰਾਓ। ਔਰ ਜੋ ਵੀ ਆਪਣੇ ਭੈਣ ਭਰਾ
ਕਿਸੇ ਤਰ੍ਹਾਂ ਵੀ ਐਸੀ ਬਿਮਾਰੀ ਤੋਂ ਜਿਹੜੀ ਕਰੋਨਾ ਵਰਗੀ ਜਾਂ ਕਰੋਨਾ ਹੋ ਸਕਦਾ ਹੈ ਉਹਦਾ ਜਰਾ ਜਿੰਨਾ ਸ਼ੱਕ ਪੈਣ 'ਤੇ ਵੀ ਨੇੜੇ ਦੇ ਸਿਹਤ ਕੇਂਦਰ ਵਿੱਚ ਜਾ ਕੇ ਆਪਣੀ ਸੈਂਪਲਿੰਗ ਜ਼ਰੂਰ ਕਰਵਾਓ। ਔਰ ਖੁਦਾ ਨਾ ਖਾਸਤਾ ਕੋਈ ਕਿਸੇ ਤਰ੍ਹਾਂ ਦੀ ਕੋਈ ਕਰੋਨਾ ਕਰਕੇ ਮੌਤ ਹੋ ਜਾਂਦੀ ਹੈ ਜਾਂ ਕਰੋਨਾ ਪੋਜ਼ਿਟਿਵ ਆ ਜਾਂਦਾ ਹੈ ਮਰੀਜ਼, ਤਾਂ ਉਹਦੇ ਰਿਸ਼ਤੇਦਾਰ ਭੈਣ ਭਰਾ ਜੋ ਉਹਨਾਂ ਨਾਲ ਵਿਚਰਦੇ ਹਨ, ਚਾਹੇ ਦਫ਼ਤਰੀ ਸੰਬੰਧ ਹਨ, ਚਾਹੇ ਸਮਾਜਿਕ ਸੰਬੰਧ ਹਨ, ਚਾਹੇ ਅਸੀਂ ਰਿਸ਼ਤੇਦਾਰ ਹਾਂ ਜਾਂ ਪਰਿਵਾਰਕ ਮੈਂਬਰ ਹਾਂ, ਇਹਨਾਂ ਨੂੰ ਅਸੀਂ ਕੰਟੈਕਟਸ ਕਹਿੰਦੇ ਹਾਂ, ਉਹ ਕਿਰਪਾ ਕਰਕੇ ਅੱਗੇ ਆ ਕੇ ਤੇ ਆਪਣੀ ਜਿਹੜੀ ਹੈ ਸੈਂਪਲਿੰਗ ਸਰਕਾਰੀ ਹਸਪਤਾਲ 'ਚੋਂ ਕਰਵਾਓ। ਇਹ ਬਹੁਤ ਜ਼ਰੂਰੀ ਹੈ। ਜਦੋਂ ਵੀ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਤਾਂ ਅਸੀਂ ਉਸ ਦਾ ਜਿਹੜਾ ਹੈ ਪ੍ਰੋਪਰ ਇਲਾਜ ਸਮੇਂ ਸਿਰ ਕਰ ਸਕਦੇ ਹਾਂ ਅਤੇ ਕੀਮਤੀ ਜਾਨਾਂ ਨੂੰ ਬਚਾ ਸਕਦੇ ਹਾਂ। ਸੋ ਮੇਰੀ ਸਮੂਹ ਹੁਸ਼ਿਆਰਪੁਰ ਜ਼ਿਲ੍ਹਾ ਵਾਸੀਆਂ ਨੂੰ ਬੇਨਤੀ ਹੈ ਕਿ ਇਹ ਜੋ ਸਰਕਾਰ ਵੱਲੋਂ ਹਦਾਇਤਾਂ ਸਮੇਂ ਸਮੇਂ ਜਾਰੀ ਕੀਤੀਆਂ ਜਾਂਦੀਆਂ ਹਨ ਉਹਨਾਂ ਦਾ ਪਾਲਣ ਕਰੀਏ ਅਤੇ ਆਪ ਅਤੇ ਆਪਣੇ ਪਰਿਵਾਰਾਂ ਨੂੰ ਅਤੇ ਆਪਣੇ ਸਾਕ ਸੰਬੰਧੀਆਂ ਰਿਸ਼ਤੇਦਾਰਾਂ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਇਸ ਮਾਰੂ ਬਿਮਾਰੀ ਤੋਂ ਬਚਾ ਸਕੀਏ। बहुत बहुत धन्यवाद। आप सभी को पता ही है कि इस वक्त कोरोना की सेकेंड वेव बड़ी स्ट्रांगली कंट्री और ख़ास तौर से पंजाब च भी अगे बढ़ने की कोशिश कर रही है, दोबारा फैलने की कोशिश कर रही है, जिस कारण केस वध भी रहे। इस पक्षों साडा ट्रेनिंग सेंटर PRTC जानकेला काफ़ी सेंसिटिव है और ये इस वक्त 1300 के करीब जो ट्रेनी ने वो अपनी ट्रेनिंग वक्-वक् कोर्सां लै रहे हैं। असी पिछले 1 साल के दौरान हमेशा मेरी यही कोशिश रही है और मेरी टीम ने बहुत अच्छा काम किया, खास तौर पर मेरे 2 डॉक्टर्स ने। असी पिछले साल भी बार बार ट्रेनिंग से असी RT-PCR एंड दूसरा टेस्ट एंटीजन टेस्ट असी करते रहे, जिस करके जिहड़े साडे इक्का दुक्का केस कुछ आए असी उन्हें जल्दी आइसोलेट करके वखरे करके क्वारंटाइन करके असी अपनी ट्रेनिंग जी जारी रखी। जो समय समय से सरकार दी हिदायत आईयां कोविड-19 के बारे कोविड के बारे असी वो सारियां लागू कीतियां। मास्क पहनाने, बार बार हैंड्स नूं सैनिटाइज करना, सारी बिल्डिंगों सारे कैंपस में बार बार सैनिटाइज करना, टेस्ट करवाने, जिदे कारण ही असी पिछले तुहानूं जान के बहुत खुशी होएगी कि पिछले कोविड के भरे साल के बावजूद असी अपनी ट्रेनिंग बंद नहीं हो दी और 2 बैच असी ट्रेनिंग से पूरे सक्सैसफुली असी इतों पास आउट किए। जोड़ा एक बैच असी जुलाई किया पास आउट और दूसरा असी इस साल असी फरवरी पास आउट किया है। हुण भी जो की वैक्सीनेशन स्टार्ट हुई है असी अपने 5 कैंप इतने हुण तक लगा चुके हैं, जिहदे तकरीबन 500 तो उपर जो ट्रेनिंग्स ने उन्होंने फर्स्ट डोज ट्रेनिंग्स एंड स्टाफ मैंबर्स प्लस जी साढ़े अंदर कुछ स्टाफ मैंबर्स दियाँ फैमिलीज भी काफ़ी अंदर रह रही ने, उन्होंने मोटिवेट करके उन्होंने एजुकेट करके असी उन्होंने इंजैक्शन लगवाने वैक्सीनेशन लैन असी उन्होंने मोटिवेट किया है, जिहदे करके 500 तो उपर असी 523 एग्जैक्ट ने जिहड़े असी हुण तक असी वैक्सीनेट कर चुके हैं फर्स्ट डोज ना, और दूसरे डोज भी असी 243 बंदियां नूं असी सैकेंड डोज भी असी लगा चुके हैं। हुण फिर असी शनिवार और एतवार इस आंदे शनि एतवार नूं असी दोबारा कैंप लगाने जा रहे हैं, स्पैशल कैंप असी ऑर्गेनाइज करने जा रहे हैं, बिकॉज साडी काफ़ी सारी फोर्स होला मोहल्ला ड्यूटी वास्ते चली गई सी पिछले हफ्ते, वो कल ही वापस आए हैं। असी उन्होंने भी दोबारा वैक्सीनेशन करावांगे, जिन्होंने फर्स्ट डोज लग गया उन्होंने सैकेंड लगवाओगे, जिन्होंने सैकेंड नहीं फर्स्ट नहीं लगा उन्होंने फर्स्ट लगवाओगे। इस तरह फैमिलीज़ नूं साडे स्टाफ नूं असी दोबारा सब नूं एजुकेट किया है, असी करवा रहे हैं। मेरी यही कोशिश है कि इस चुनौती भरे समय इस मुश्किल दौर एटलीस्ट PRTC जहानखेला जिहदे 1300 ट्रेनिंग काफ़ी स्टाफ और काफ़ी फैमिली मैंबर्स साढ़े इत्थे ड्यूटी कर रहे हैं, ट्रेनिंग कर रहे हैं या रह रहे हैं, असी उन्होंने इस बीमारी तो बचा के रखिए, उन्हों का बचाव करिए तां जो ये बीमारी है किसी ने भी अपनी चपेट ना लै सके। जो इंस्ट्रक्शन सानू पंजाब सरकार वालों समय समय सिर साढ़े मानयोग DGP साहब वालों साढ़े ADGP मानयोग ADGP HRD वालों सानू आईयां, उन्होंने असी बखूबी पालना की है और मैनू अपनी टीम ते फखर है, मान है
कि जो पंजाब 'ਚ बहुत सारे लोगों ने ट्रेनिंग सेंटर बंद करवाते, कई कुछ करता, बट मैं स्पैशल परमिशन लैके सब तो पहला सेंटर आफ्टर लॉकडाउन साड़ा ट्रेनिंग सेंटर सीगा इत्थे ट्रेनिंग स्टार्ट हुई और असी 260 नंबर बैच में जिस 302 को ट्रेनिंग सीगी असी पास कर सके। सो मैं सबनों यही रिक्वेस्ट कराँगा, यही एडवाइस कराँगा कि एक ऐसी बीमारी है जिस बारे अवेसले होने की लोड़ नहीं है, ये सोचने की लोड़ नहीं है पता नहीं बीमारी है या नहीं है। कई किस्म के लोग गल्लां करते हैं। बचाव विच बचाव, मास्क पा के रखो, हत्थों को सैनिटाइज करो और अपने सिम्पटम्स भी वॉच करते रहो। बहुत सारे लोगों को ये करोना जोड़ा वो सिम्पटोमैटिक है, कई सिम्पटोमैटिक है, पर जरा जी भी प्रॉब्लम होने तुसी अपने लोकल डॉक्टर तो लोकल हॉस्पिटल तो चैकअप जरूर कराओ, उन्होंने सलाह मशवरा लाओ, जितों तक संभव हो सके पूरे प्रिकॉशनस लाओ और इस बीमारी तो बचो। कोशिश यही करो कि सैकेंड वेव है ये भी निकल जाए, तब तक बहुत सारी वैक्सीनेशन लोगों हो जानी है। आई हैव बीन हीयरिंग ऑन द नेशनल टेलीविजन ऑल्सो कि हर्ड इम्यूनिटी का कंसैप्ट जोड़ा बड़ी तेजी नाल इंडिया वध रहा, पंजाब भी वध रहा। असी सारे तंदुरुस्त रहिए, अपने अपने परिवार से बने रहिए। हर इंसान अपने परिवार वास्ते बहुत महत्वपूर्ण है। सो इसलिए अपनी सेहत और अपनी जान का ख्याल रखो और इस बीमारी तो बचो। थैंक यू वेरी मच। जय हिंद। मैम, ये कोरोना जो कोविड-19 है काफ़ी प्रकोप बढ़ रहा है यहाँ पे, तो पूरी दुनिया में ही है, अभी पंजाब में ज़्यादा। सिविल प्रशासन की ओर से डिस्ट्रिक्ट होशियारपुर में कौन से प्रयत्न किए जा रहे हैं? जैसे हम देख रहे हैं कि कोविड-19 का एक जो सेकंड वेव है, जो हमने पहले एंटिसिपेट किया था कि शायद विंटर्स में दिसंबर के आसपास आएगा, वो सेकंड वेव अब देखने को मिल रहा है, जिसमें जो केसेस हैं वो राइज़ कर रहे हैं। होशियारपुर में भी हमने देखा है कि केसेस राइज़ किए हैं, डेथ का जो फिगर है वो भी बढ़ा है। लेकिन जो प्रशासन है, हेल्थ डिपार्टमेंट है, पुलिस है, इनकी तरफ से पूरी सतर्कता से इसको टैकल करने के लिए काम किया जा रहा है। अगर हम हेल्थ फैसिलिटीज़ की बात करें तो जो सिविल हॉस्पिटल है उसमें 75 बेड्स हैं, जो कि बढ़ा के अभी 100 बेड्स किए जा रहे हैं, उसकी तैयारी पूरी चल रही है। इसके अलावा हमारा जो दसूआ है, हाटा बडला है, इनमें भी जो लेवल 2 बेड्स हैं वो पूरी तरह से तैयार कर दिए गए हैं। ऑलरेडी पेशेंट्स भी जो हैं वहाँ पे ट्रीट किए जा रहे हैं। अभी संडे को जो एक हेल्थ एक्सपर्ट्स की टीम विज़िट करके गई है, उन्होंने भी सेटिस्फेक्शन जताई है कि जितना मैक्सिमम L2 लेवल का ट्रीटमेंट दिया जा सकता है वो यहाँ पे हो रहा है। और भी कुछ उन्होंने सजेशंस दिए हैं जिन पे हम काम कर रहे हैं। बहुत जल्दी हम और भी जो हमारा सिविल हॉस्पिटल होशियारपुर है उसको स्ट्रेंथन कर पाएंगे। तो है पुलिस की तरफ से भी और हमारे सेक्टर मैजिस्ट्रेट्स की तरफ से चलान ड्राइव चल रही है। लेकिन उसमें मैं यही सबसे अपील करना चाहूँगी आपके माध्यम से कि चलान अपनी जगह पे होते रहते हैं, लेकिन लोगों को खुद एक अपनी रिस्पॉन्सिबिलिटी समझते हुए जो कोविड की प्रिकॉशंस हैं, जैसे मास्क है या क्राउडेड प्लेसेस पे ना जाना या कोई क्राउडेड इवेंट्स ना ऑर्गेनाइज कराना, वो पालना ज़रूर करनी चाहिए। क्योंकि जितना हम कोविड को खुद अपना कंट्रोल, सेल्फ कंट्रोल करके उससे बचा पाएंगे, वही सबसे बड़ी हमारी जीत होगी। इसलिए हम कोशिश करें कि हम जब भी बाहर जाएं सोशल डिस्टेंसिंग मेंटेन करें और मास्क तो मैंडेटरी हमेशा पहन के रखें। थर्ड जो हम कर रहे हैं वो है वैक्सीनेशन का। वैक्सीनेशन ड्राइव बहुत ज़ोर शोर से चल रही है। होशियारपुर मेरे को खुशी हो रही है बताते हुए कि पंजाब में हाईएस्ट जो वैक्सीनेशन कवरेज है अभी तक की वो होशियारपुर में की गई है। इसको हम और बढ़ा रहे हैं। डेली तकरीबन 8,000 से ज़्यादा वैक्सीन की डोजेस दी जा रही हैं, जिसको हम बढ़ा के 10,000 12,000 तक लेके जा रहे हैं। इसके लिए हमने अलग अलग जो फील्ड्स ऑफ सोसाइटी है उनके साथ मीटिंग्स की हैं। हमने शॉपकीपर्स एसोसिएशन के साथ मीटिंग की है, ड्राइवर्स, बसेस ड्राइवर्स, इनके साथ मीटिंग की है, और पंचायत सरपंचेस, ज़िला परिषद मेंबर, सबके साथ मीटिंग करके हमने इनको मोटिवेट किया है वैक्सीनेशन के लिए, और हमें बहुत अच्छा रिस्पॉन्स भी मिल रहा है। हम जल्द ही जो है कोशिश करेंगे कि हम ज़्यादा से ज़्यादा जो 45 के अबव एलिजिबल पॉपुलेशन है उनको कवर करके वैक्सीनेट करें, ताकि जो थर्ड वेव अगर कोई भी आती है तो उसमें हम ज़्यादा से ज़्यादा लोगों को वैक्सीनेट पहले ही कर चुके हों ताकि उनको प्रोटेक्ट कर सकें। उन्होंने लैके जिहड़ा इस वेले कोविड-19 है पूरी दुनिया के प्रभाव है, वो पंजाब सरकार, पुलिस प्रशासन, सिहत विभाग वालों जिहड़े पुलिस विभाग के तुसीं मुखी हो,
ਜ਼ਿਲ੍ਹੇ ਦੇ ਵਿੱਚ ਕਿਹੜੇ ਜਿਹੜੇ ਆ ਪ੍ਰਯਤਨ ਕੀਤੇ ਜਾ ਰਹੇ ਆ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਂ ਉਪਰਾਲੇ ਜਾਂ ਮੈਡੀਸਨ ਵਗੈਰਾ? ਕਰੋਨਾ ਜਿੱਦਾਂ ਕਿ ਹੁਣ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਦੁਬਾਰਾ ਤੋਂ ਰਿਵਾਈਵ ਹੋ ਗਿਆ। ਇਹਦੇ ਵਿੱਚ ਸਾਨੂੰ ਜਿੱਦਾਂ ਅਸੀਂ ਪਹਿਲਾਂ ਸਾਰੀਆਂ ਸਿਚੁਏਸ਼ਨਸ ਨੂੰ ਵੇਖ ਕੇ ਅਸੈਸ ਕਰਕੇ ਜਿਹੜੇ ਸਟੈਪਸ ਲਏ ਸੀ, ਸਾਨੂੰ ਹੁਣ ਉਸ ਤੋਂ ਵੱਧ ਉਹ ਸਟੈਪਸ ਲਵਾਂਗੇ ਤੇ ਅਸੀਂ ਇਸ ਪੈਂਡੈਮਿਕ ਤੋਂ ਬਚ ਪਾਵਾਂਗੇ। ਮੈਂ ਸਾਰੇ ਹੀ ਹੁਸ਼ਿਆਰਪੁਰ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ, ਜਿੱਦਾਂ ਸਾਡੀ ਪੰਜਾਬ ਸਰਕਾਰ ਨੇ ਇੰਸਟਰਕਸ਼ਨਸ ਦਿੱਤੀਆਂ ਹੋਈਆਂ ਕਿ ਰਾਤ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰਫਿਊ ਲੱਗਾ ਰਹੇਗਾ। ਇੱਕ ਤੇ ਅਸੀਂ ਉਸ ਕਰਫਿਊ ਨੂੰ ਜ਼ਰੂਰ ਇਨਸ਼ੋਰ ਕਰੀਏ, ਜਿਸ ਦੇ ਵਿੱਚ ਸਾਡੇ ਸਾਰੇ ਗੈਸਟਡ ਆਫਿਸਰਸ, SHOs, ਮੈਂ ਖੁਦ ਅਸੀਂ ਰਾਤ ਨੂੰ ਸਾਰੇ ਬਾਹਰ ਹੁੰਦੇ ਤੇ ਇਨਸ਼ੋਰ ਕਰੀਦਾ ਹੈ ਕਿ ਲੋਕੀ ਉਸ ਕਰਫਿਊ ਦੀ ਜਿਹੜੀ ਉਲੰਘਣਾ ਨਾ ਕਰਨ। ਇੱਥੇ ਮੈਂ ਇਹ ਵੀ ਦੱਸਣਾ ਚਾਹੂੰਗਾ ਕਿ ਬੜੇ ਵੱਡੇ ਲੈਵਲ ਤੇ ਅਸੀਂ ਦੁਬਾਰਾ ਤੋਂ ਕੈਂਪੇਨ ਚਲਾਈ ਹੈ ਕਿ ਮਾਸਕਸ ਪਾਏ ਜਾਣ। ਮਾਸਕਸ ਜਿਹੜੇ ਹੈ ਉਹ ਕਰੋਨਾ ਨੂੰ ਰੋਕਣ ਦੇ ਵਿੱਚ ਬਹੁਤ ਕਾਰਗਰ ਨੇ। ਭਾਵੇਂ ਕਿਸੇ ਦੇ ਵੈਕਸੀਨ ਪਹਿਲਾਂ ਲੱਗ ਗਿਆ ਤੇ ਦੂਸਰਾ ਵੀ ਲੱਗ ਗਿਆ, ਬਟ ਫਿਰ ਵੀ ਵੈਕਸੀਨ ਤਦ ਹੀ ਕੰਮ ਕਰੇਗਾ ਜੇ ਮਾਸਕਸ ਪਾਏ ਹੋਣਗੇ। ਅਸੀਂ ਤਕਰੀਬਨ 40,000 ਮਾਸਕਸ ਹੁਣ ਇਸ ਕੈਂਪੇਨ ਦੇ ਵਿੱਚ ਵੰਡ ਚੁੱਕੇ ਹਾਂ। ਜਿੱਥੇ ਅਸੀਂ ਇਹ ਸੋਸ਼ਲ ਕੰਮ ਕਰ ਰਹੇ ਹਾਂ, ਮਾਸਕਸ ਵੰਡ ਰਹੇ ਹਾਂ, ਲੋਕਾਂ ਨਾਲ ਮੀਟਿੰਗਸ ਕਰ ਰਹੇ ਹਾਂ, ਸਰਪੰਚਾਂ ਨਾਲ ਮੀਟਿੰਗਸ ਕਰ ਰਹੇ ਹਾਂ, ਗੁਰਦੁਆਰੇ ਦੇ ਥਰੂ ਅਸੀਂ ਅਨਾਉਂਸਮੈਂਟਸ ਕਰਾ ਰਹੇ ਹਾਂ ਕਿ ਲੋਕੀ 6 ਫੁੱਟ ਦਾ ਫਰਕ ਰੱਖਣ ਤੇ ਮਾਸਕ ਜ਼ਰੂਰ ਪਾਉਣ, ਹੈਂਡ ਸੈਨੀਟਾਈਜ਼ਰ ਯੂਜ਼ ਕਰਨ। ਉੱਥੇ ਜਦੋਂ ਸਾਡੀ ਜਨਤਾ ਇਹਨਾਂ ਗੱਲਾਂ ਨੂੰ ਨਹੀਂ ਮੰਨਦੀ ਤੇ ਉਹਨਾਂ ਦੇ ਖਿਲਾਫ ਫਿਰ ਅਸੀਂ ਸਖਤ ਐਕਸ਼ਨ ਵੀ ਲੈਂਦੇ ਹਾਂ। ਅਸੀਂ ਬਹੁਤ ਵੱਡੀ ਤਾਦਾਦ ਦੇ ਵਿੱਚ ਚਲਾਨ ਕੀਤੇ ਨੇ ਜਿਹੜੇ ਮੂੰਹ ਤੇ ਲੋਕ ਮਾਸਕ ਨਹੀਂ ਪਾਉਂਦੇ। ਇੱਕ ਨਵੀਂ ਜਿਹੜੀ ਗੱਲ ਹੁਸ਼ਿਆਰਪੁਰ ਪੁਲਿਸ ਦੇ ਵਿੱਚ ਅਸੀਂ ਸਾਡੇ DG ਸ਼੍ਰੀ ਦਿਨਕਰ ਗੁਪਤਾ ਜੀ ਦੀ ਇੰਸਟਰਕਸ਼ਨਸ ਤੇ ਸ਼ੁਰੂ ਕੀਤੀ ਹੈ। ਉਹਦੇ ਵਿੱਚ ਅਸੀਂ ਜਿਹੜੇ ਲੋਕ ਮਾਸਕ ਨਹੀਂ ਪਾਉਂਦੇ ਉਹਨਾਂ ਨੂੰ ਅਸੀਂ ਗੱਡੀ ਦੇ ਵਿੱਚ ਬਿਠਾ ਕੇ ਤੇ RT-PCR ਟੈਸਟ ਕਰਨ ਲਈ ਹਸਪੀਟਲ ਭੇਜ ਦਿੰਦੇ, ਜਿਸ ਦਾ ਅਸੀਂ ਨਤੀਜਾ ਵੇਖਿਆ ਕਿ ਕਾਫੀ ਲੋਕ ਹੁਣ ਮਾਸਕਸ ਪਾਉਣ ਲੱਗ ਪਏ ਤੇ ਜਿਹੜਾ ਅਸੀਂ RT-PCR ਟੈਸਟ ਕਰਾਉਂਦੇ ਹਾਂ ਉਹ ਕਾਫੀ ਵੱਡਾ ਡੈਟਰੈਂਟ ਫੈਕਟਰ ਹੋਇਆ ਆਮ ਸਾਡੇ ਸਿਟੀਜ਼ਨਸ ਲਈ। ਅਸੀਂ ਇਸ ਦੇ ਨਾਲ ਚਲਾਨ ਕਾਫੀ ਜ਼ਿਆਦਾ ਕਰ ਰਹੇ ਹਾਂ, ਪਰਚੇ ਵੀ ਦੇ ਰਹੇ ਹਾਂ, ਬਟ ਲੋਕਾਂ ਨੂੰ ਮੈਂ ਇਹੀ ਅਪੀਲ ਕਰਨੀ ਹੈ ਕਿ ਇਹ ਚੀਜ਼ ਜਿਹੜੀ ਕੋਵਿਡ ਹੈ ਇਹਨੂੰ ਅਸੀਂ ਤਦ ਹੀ ਮਾਤ ਦੇ ਪਾਵਾਂਗੇ ਜੇ ਦੁਬਾਰਾ ਤੋਂ ਅਸੀਂ ਮਾਸਕਸ ਪਾਉਣੇ ਸ਼ੁਰੂ ਕਰ ਦਈਏ, 6 ਫੁੱਟ ਦਾ ਫਰਕ ਰੱਖਣਾ ਸ਼ੁਰੂ ਕਰ ਦਈਏ ਤੇ ਹੈਂਡ ਸੈਨੀਟਾਈਜ਼ਰਸ ਲਾਉਣੇ ਸ਼ੁਰੂ ਕਰ ਦਈਏ। ਇਹ ਲੋਕ ਸਾਡਾ ਸਾਥ ਦੇਣ ਤੇ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਬਹੁਤ ਜਲਦ ਹੁਸ਼ਿਆਰਪੁਰ ਦੇ ਵਿੱਚੋਂ ਕਰੋਨਾ ਦੀ ਜਿਹੜੀ ਬਿਮਾਰੀ ਹੈ ਇਹਨੂੰ ਦੂਰ ਕਰਨ ਦੇ ਵਿੱਚ ਕਾਮਯਾਬ ਹੋਵਾਂਗੇ। ਥੈਂਕ ਯੂ।